ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੀਆਂ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਪੰਜਾਬ ਵਿੱਚ ਬੀਜੇਪੀ ਦਾ ਪੇਂਡੂ ਮੈਨੀਫੈਸਟੋ, ਕਿਹਾ 5 ਏਕੜ ਤੋਂ ਘੱਟ ਜ਼ਮੀਨ ਵਾਲਿਆਂ ਦਾ ਹੋਵੇਗਾ ਕਰਜ਼ਾ ਮਾਫ, ਘਰਾਂ ਵਿੱਚ ਪੱਕੀ ਛੱਤ ਤੇ ਸੜਕ ਹੋਵੇਗੀ। ਪੰਜਾਬ 'ਚ ਕਿਸਾਨਾਂ ਨੇ ਵੀ ਪੇਸ਼ ਕੀਤਾ ਮੈਨੀਫੈਸਟੋ, ਕੀਤਾ ਵਾਅਦਾ, ਕਿਹਾ ਨੈਸ਼ਨਲ ਹਾਈਵੇ ਹੋਵੇਗਾ ਟੋਲ ਫ੍ਰੀ। ਅਤੇ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਤੇ ਆਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਲਾਏ ਕਈ ਆਰੋਪ। ਤਾਂ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੈਨੀਫੈਸਟੋਜ਼ ਦੀ। ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਨੇ, ਉਵੇਂ ਰਾਜਨੇਤਾਵਾਂ ਵੱਲੋਂ ਵਾਅਦਿਆਂ ਤੇ ਦਾਅਵਿਆਂ ਦੀ ਝੜੀ ਲਗਾਈ ਜਾ ਰਹੀ ਹੈ। ਅਜਿਹੇ ਦੇ ਵਿੱਚ ਪੰਜਾਬ ਦੇ ਵਿੱਚ ਬੀਜੇਪੀ ਨੇ ਵੀ ਆਪਣਾ ਮੈਨੀਫੈਸਟੋ ਪੇਸ਼ ਕੀਤਾ। ਇਸ ਦੌਰਾਨ ਉਹਨਾਂ ਨੇ ਪੇਂਡੂ ਖੇਤਰ ਤੇ ਸਾਰਾ ਮੈਨੀਫੈਸਟੋ ਕੇਂਦਰਿਤ ਰੱਖਿਆ, ਯਾਨੀ ਕਿ ਇਹ ਜਿਹੜਾ ਪੇਂਡੂ ਮੈਨੀਫੈਸਟੋ ਸੀ ਉਹ ਪੇਸ਼ ਕੀਤਾ ਗਿਆ ਸੀ, ਜਿਸ ਦੇ ਵਿੱਚ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਉਹਨਾਂ ਨੇ ਕਈ ਤਰ੍ਹਾਂ ਦੇ ਐਲਾਨ ਕੀਤੇ। सरकार कर्जा जिहड़ा वादा किया गया सी कर्जा माफ नहीं होया। तुसीं कर्जे बारे किहा कर्जा माफ करांगे 5 एकड़ वालियां दा, उसके बारे बजट में कितना पॉसिबल है? केंद्र च भी खेतीबाड़ी जिहड़ा डिपार्टमेंट है, मिनिस्ट्री देखती है, कितना पॉसिबल है? देखिए, हमने एक ब्लैंकेट अनाउंसमेंट किया कि 5 एकड़ तक की जमीन का जितना भी खर्चा होगा, फार्म का जो लोन है, एग्रीकल्चर लोन है, उसको हम 100% वेवर करेंगे। It is if some private bank have extended loan for agriculture purposes, then it is. If it is not, then I cannot help. ਇਸ ਵਾਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਿਸਾਨ ਵੀ ਉੱਤਰ ਆਏ ਨੇ, ਉਹ ਵੀ ਚੋਣਾਂ ਲੜ ਰਹੇ ਨੇ ਤੇ ਉਹਨਾਂ ਨੇ ਵੀ ਇਹਨਾਂ ਚੋਣਾਂ ਦੇ ਮੱਦੇਨਜ਼ਰ ਆਪਣਾ ਮੈਨੀਫੈਸਟੋ ਪੇਸ਼ ਕੀਤਾ ਹੈ। ਮੈਨੀਫੈਸਟੋ ਦੇ ਵਿੱਚ ਕਈ ਤਰ੍ਹਾਂ ਦੇ ਵਾਅਦੇ ਨੇ, ਪਰ ਸਭ ਤੋਂ ਅਹਿਮ ਵਾਅਦਾ ਹੈਗਾ ਹੈ ਨੈਸ਼ਨਲ ਹਾਈਵੇ ਨੂੰ ਟੋਲ ਫ੍ਰੀ ਕਰਨ ਦਾ। ਮੇਰਾ ਨਾਮ ਹੈ SS ਬੋਪਰ ਹੈ। ਸਾਡਾ ਇੱਕ 100 ਰਿਟਾਇਰਡ ਕਰਮਚਾਰੀਆਂ ਦਾ, ਜਿਹਦੇ ਵਿੱਚ DGP ਵੀ ਨੇ, ਚੀਫ ਸੈਕਟਰੀ ਵੀ ਨੇ, ਸਾਰੇ ਡਿਫੈਂਸ ਫੋਰਸ ਦੇ ਵੈਟਰਨਸ ਵੀ ਨੇ। ਤੇ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸ਼ੁਰੂ ਤੋਂ ਸਪੋਰਟ ਰਹੇ ਹਾਂ ਤੇ ਮੈਂ ਬਹੁਤ ਮਸ਼ਹੂਰ ਹਾਂ ਰਾਜੇਵਾਲ ਸਾਹਿਬ ਦਾ। ਇਹਨਾਂ ਨੇ ਸਾਡੇ ਗਰੁੱਪ ਦੀ ਜਿਹੜੀ ਸਪੋਰਟ ਹੈ ਉਸ ਦੇ ਵਜੋਂ ਅੱਜ ਮੈਨੂੰ ਇਹਨਾਂ ਨੇ ਇੱਥੇ ਆਉਣ ਵਾਸਤੇ ਕਿਹਾ ਹੈ। ਪਾਣੀ ਦਾ ਮਸਲਾ ਤੁਹਾਨੂੰ ਪਤਾ ਹੈ ਬਹੁਤ ਹੀ ਗੰਭੀਰ ਹੈ, ਇਸ ਕਰਕੇ ਕਿ ਸਟੇਟ ਨੂੰ ਕੱਲ ਨੂੰ ਕਿੰਨਾ ਪਾਣੀ ਚਾਹੀਦਾ ਹੋਏਗਾ ਇਹ ਅੰਦਾਜ਼ਾ ਰੱਖੇ ਬਗੈਰ, ਕਿੰਨੇ ਦੀ ਸਾਨੂੰ ਲੋੜ ਪਏਗੀ ਇਹਦਾ ਹਿਸਾਬ ਲਗਾਏ ਬਗੈਰ ਸਾਡੇ ਨਾਲੋਂ ਵੀ ਜ਼ਿਆਦਾ ਰਾਜਸਥਾਨ ਨੂੰ ਪਾਣੀ ਦੇ ਦਿੱਤਾ ਗਿਆ। ਪਾਰਟੀਸ਼ਨ ਤੋਂ ਪਹਿਲਾਂ ਬੀਕਾਨੇਰ ਕਨਾਲ ਰਾਹੀਂ ਸਾਡਾ ਪਾਣੀ ਬੀਕਾਨੇਰ ਜਾਂਦਾ ਸੀ, ਲੇਕਿਨ ਉਹਦੀ ਸਾਨੂੰ ਰਾਇਲਟੀ ਦਿੱਤੀ ਜਾਂਦੀ ਸੀ। जितना पानी पंजाब ने नॉन राइपेरियन एरियाज ऑफ अदर स्टेट्स पानी दिता है, सारे मुल्क ने रल के जिन्ना पानी अपनिया दूसरिया नॉन राइपेरियन स्टेट्स मतलब साझा किया है, वो एक फ्रैक्शन है। साडा पानी है 33 मिलियन एकड़ फीट, सारे मुल्क का है 317 मिलियन एकड़ फीट, लेकिन जिहड़ा असी दिता है सारे हिंदुस्तान ने रल के अपने दूसरे नॉन राइपेरियन एरिया को जिहड़ा पानी दिता वो एक फ्रैक्शन है जिन्ना पानी असी दे दिता है। तो इस करके भारत सरकार को हुण जदों साडे पानी डूंघे हो गए हैं, सानू हुण ट्यूबवैल लई बिजली का कनैक्शन भी नैशनल ग्रीन ट्रिब्यूनल ने बंद कर दिता है। नैशनल ग्रीन ट्रिब्यूनल को यह तो सोचना चाहिए भी इन्होंने हुण इन्हां दी जिहड़ी है अगे डिवेलपमेंट रुक जानी है। ये ड्रैकोनियन लॉ जिहड़े ने ये भारत सरकार के जिहड़ी ऑर्गेनाइजेशन ने वो कर रही ने, इन्हां गल्लां नूं असीं इन्हां ने प्रॉमिस किया है कि जरूर लावांगे। ये बड़ी ही वेलकम इन्हां वालों आइडिया है। तो दूसरी गल ਜਿਹੜੀ ਅਸੀਂ ਜਿਹਦੇ ਕਰਕੇ ਇਹਨਾਂ ਦੇ ਨਾਲ ਜੁੜੇ ਸੀ ਉਹ ਇਹ ਹੈ ਕਿ 2 ਰਾਜ ਪਰਿਵਾਰ ਜਿਹੜੇ ਨੇ ਪੰਜਾਬ ਦੇ ਉਹ ਕਿਉਂ ਖਿਚੜੀ ਹੋ ਗਏ। उन्होंने वो लुट मचाई है
कि ਉਹਦਾ ਅੰਤ ਸਾਫ ਕੋਈ ਨਹੀਂ ਹੈ। ਪਹਿਲਾਂ ਇੱਕ ਪਾਰਟੀ ਅਗਰ ਕੋਈ ਕੰਮ ਖਰਾਬ ਕਰਦੀ ਸੀ ਦੂਜੀ ਪਾਰਟੀ ਆ ਕੇ ਕਮਿਸ਼ਨ ਸੈਟਅਪ ਕਰਦੀ ਸੀ। ਹੁਣ ਇਹ ਕਿਉਂ ਖਿਚੜੀ ਹੋ ਗਏ ਨੇ ਔਰ ਇਹਨਾਂ ਨੇ ਹਰ ਚੀਜ਼ ਜਿਹਦੇ ਵਿੱਚ ਗਵਰਨਮੈਂਟ ਦਾ ਰੈਵਨਿਊ ਸਫਰ ਕਰਦਾ ਹੈ, ਲੋਕਾਂ ਦੇ ਪੈਸੇ ਜਿਹੜੇ ਨੇ ਉਹ ਇਹ ਲੁੱਟ ਕੇ ਲਿਜਾ ਰਹੇ ਨੇ, ਭਾਵੇਂ ਉਹ ਸ਼ਰਾਬ ਦੇ ਠੇਕੇ ਹੋਣ, ਭਾਵੇਂ ਉਹ ਜਿਹੜੇ ਰੇਤੇ ਦੇ ਠੇਕੇ ਹੋਣ। ਇਹਦੇ ਵਿੱਚ ਮੈਂ ਦੇਖਿਆ ਹੈ ਕਿ ਇਹਨਾਂ ਦੋਨੋਂ ਪਾਰਟੀਆਂ ਦੇ ਜਿਹੜੀ ਮਰਜ਼ੀ ਸਰਕਾਰ ਹੋਵੇ, ਦੋਨਾਂ ਦੇ ਰਲ ਕੇ ਐਮਐਲਏ ਠੇਕੇ ਲਈ ਬੈਠੇ ਨੇ। ਸ਼ਰਾਬ ਦੇ ਠੇਕੇ ਇਸੇ ਤਰ੍ਹਾਂ ਦਿੱਤੇ ਜਾਂਦੇ ਆ, ਕੋਈ ਓਪਨ ਨਿਲਾਮੀ ਨਹੀਂ ਹੁੰਦੀ। ਇੱਥੇ ਬੈਠ ਕੇ ਸਾਰੀ ਨਿਲਾਮੀ ਕਰਕੇ ਉਹਨਾਂ ਨੂੰ ਇਸ਼ਾਰਾ ਦਿੱਤਾ ਜਾਂਦਾ, ਉੱਥੇ ਬੰਦ ਕਰ ਦਿੱਤੀ ਜਾਂਦੀ ਹੈ, ਜਿਹਦੇ ਨਾਲ ਕਿ ਸਾਡਾ ਸਟੇਟ ਦਾ ਰੈਵਨਿਊ ਦਾ ਨੁਕਸਾਨ ਹੋ ਰਿਹਾ। ਸੋ ਇੱਕ ਪਾਸੇ ਤਾਂ ਜੋ ਸਾਡਾ ਰੈਵਨਿਊ ਹੁੰਦਾ ਉਹਦੇ ਚ ਗੱਪੇ ਖਾਂਦੇ ਨੇ, ਦੂਜੇ ਸਾਡੇ ਰੈਵਨਿਊ ਦੀ ਚੋਰੀ ਵੀ ਕਰਾਉਂਦੇ ਨੇ। ਸੋ ਇਹਨਾਂ ਕਰਕੇ ਸਾਨੂੰ ਲੱਗਾ ਕਿ ਇਹ ਇਸ ਵੇਲੇ ਜਿਹੜੇ ਬਦਲ ਨੇ ਉਹ ਅਸੀਂ ਇਹਨਾਂ ਨੂੰ ਸਪੋਰਟ ਕੀਤਾ ਹੈ। ਦੂਜਾ ਬਦਲ ਹੁਣ ਸਾਡੇ ਸਾਹਮਣੇ ਆ ਰਿਹਾ ਹੈ, ਉਹਨੂੰ ਆਪਾਂ ਪਰਤਾ ਲਿਆ ਹੈ। ਉਹ ਜਿਹੜਾ ਆਮ ਆਦਮੀ ਪਾਰਟੀ ਵਾਲਾ ਹੈ, ਉਹਨਾਂ ਨੇ ਪਿਛਲੇ ਜਿਹੜੇ ਚੀਫ ਸੀਗੇ ਇਹਨਾਂ ਦੇ ਇੱਥੇ ਉਹਨਾਂ ਨੇ ਬਹੁਤ ਖਰਾਬੀਆਂ ਕੀਤੀਆਂ ਨੇ, ਸਾਡੀਆਂ ਜ਼ਨਾਨੀਆਂ ਨਾਲ ਖਰਾਬੀਆਂ ਕੀਤੀਆਂ ਨੇ ਔਰ ਇੱਥੋਂ ਅਮੀਰ ਹੋ ਕੇ ਪੈਸੇ ਲੈ ਕੇ ਚਲੇ ਗਏ। ਕੇਜਰੀਵਾਲ ਸਾਹਿਬ, ਮੈਂ ਕਹਿਣਾ ਚਾਹੁੰਦਾ ਕਿ ਉਹ ਦਮੂਹੀ ਸੱਪ ਹੈ। ਉਹ ਦਿੱਲੀ ਦੇ ਵਿੱਚ ਕੁਝ ਹੋਰ ਬੋਲਦੇ ਨੇ, ਇੱਥੇ ਕੁਝ ਹੋਰ ਬੋਲਦੇ ਨੇ। ਉਹਨਾਂ ਨੇ ਉੱਥੇ ਕਿਹਾ, ਉਹਨਾਂ ਦਾ ਬਿਆਨ ਹੈ ਕਿ ਜਦੋਂ ਆਪ ਦੀ ਸਰਕਾਰ ਪੰਜਾਬ 'ਚ ਆ ਜਾਏਗੀ ਤਾਂ ਦਿੱਲੀ ਦਾ ਸਾਰਾ ਪਾਣੀ ਦੀ ਪ੍ਰੋਬਲਮ ਖਤਮ ਹੋ ਜਾਏਗੀ। ਜੋ ਜਮਨਾ ਤੋਂ ਪਾਣੀ ਲੈਂਦੇ ਨੇ, ਜਿਹੜਾ ਹਰਿਆਣੇ ਤੋਂ ਲੈਂਦੇ ਨੇ, ਉਹਦਾ 21 ਕਰੋੜ ਰੁਪਇਆ ਰਾਇਲਟੀ ਪੇ ਕਰਦੇ ਨੇ, ਤੇ ਸਾਡੇ ਪਾਣੀ ਨੂੰ ਅੱਜ ਤਾਈਂ ਇੱਕ ਪੈਸੇ ਦੀ ਕੋਈ ਰਾਇਲਟੀ ਕਿਸੇ ਤਰ੍ਹਾਂ ਨਹੀਂ ਦਿੱਤੀ ਗਈ। ਉਹ ਉਹਨਾਂ ਨੂੰ ਪੈਸੇ ਦਿੰਦੇ ਨੇ ਰਾਇਲਟੀ ਦੇ ਤੌਰ ਤੇ, ਜਾਂ ਜਿਸ ਤਰ੍ਹਾਂ ਵੀ ਦਿੰਦੇ ਨੇ ਉਹ ਇਹਨਾਂ ਨੂੰ ਪੈਸੇ ਦਿੰਦੇ ਨੇ, ਤੇ ਸਾਡੇ ਤੋਂ ਕਹਿੰਦੇ ਕਿ ਅਸੀਂ ਸਾਡੀ ਪ੍ਰੋਬਲਮ ਹੱਲ ਹੋ ਜਾਏਗੀ। ਕੋਈ ਉਹਨਾਂ ਦਾ ਸਟੈਂਡ ਕਿਸੇ ਇਸ਼ੂ ਤੇ ਹੈ ਨਹੀਂ ਜਿਹੜੇ ਸਾਡੇ ਪੰਜਾਬ ਨੂੰ ਰੜਕਦੇ ਹੈ, ਭਾਵੇਂ ਉਹ ਕੈਪੀਟਲ ਦਾ ਹੈ, ਭਾਵੇਂ ਉਹ ਸਾਡੀਆਂ ਟੈਰੀਟਰੀਜ਼ ਦਾ ਹੈ, ਭਾਵੇਂ ਪਾਣੀ ਦਾ ਹੈ। ਅੱਜ ਤਾਈਂ ਉਹਨਾਂ ਦਾ ਕੋਈ ਵੀ ਸਥਿਰ ਪੋਜੀਸ਼ਨ ਨਹੀਂ ਹੈ। ਸੋ ਇਸ ਕਰਕੇ ਸਾਨੂੰ ਲੱਗਾ ਕਿ ਇਹੋ ਇੱਕ ਬਦਲ ਹੈ ਜਿਹੜਾ ਪੰਜਾਬ ਨੂੰ ਸੂਟ ਕਰਦਾ ਹੈ ਔਰ ਜਿਹੜਾ ਪੰਜਾਬ ਨੂੰ ਅਪਣਾਉਣਾ ਚਾਹੀਦਾ ਹੈ। तो मैं इनका शुक्रगुजार हाँ कि मैनू अज इन्होंने इन्ने इंपॉर्टेंट मौके पे उस ग्रुप के हैड के तौर पे अज इत्थे इनवाइट किया है। बहुत बहुत धन्यवाद। ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਤੇ ਆ ਗਏ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ। ਕਈ ਤਰ੍ਹਾਂ ਦੇ ਆਰੋਪ ਲਗਾਏ ਤੇ ਸਭ ਤੋਂ ਪਹਿਲਾਂ ਨਿਸ਼ਾਨੇ ਤੇ ਰੱਖਿਆ ਉਹਨਾਂ ਦੇ ਰਿਸ਼ਤੇਦਾਰ ਦੇ ਘਰ ਪਈ ਈਡੀ ਦੀ ਰੇਡ ਨੂੰ। ਤੇ ਇਸੇ ਨੂੰ ਲੈ ਕੇ ਬਿਆਨ ਦਿੱਤਾ ਰਾਘਵ ਚੱਡਾ ਨੇ। ਚੰਨੀ ਸਾਹਿਬ ਨੇ ਇੱਕ ਬੜੀ ਦਿਲਚਸਪ ਗੱਲ ਕੀਤੀ ਹੈ। ਚੰਨੀ ਸਾਹਿਬ ਨੇ ਕਿਹਾ ਹੈ ਕਿ ਅੱਜ ਤੋਂ ਬਾਅਦ ਮੈਂ ਆਪਣੀ ਜਾਂ ਆਪਣੀ ਘਰਵਾਲੀ ਦੇ ਨਾਤੇ ਕੋਈ ਪ੍ਰਾਪਰਟੀ ਨਹੀਂ ਖਰੀਦਾਂਗਾ ਅਤੇ ਨਾ ਹੀ ਕੋਈ ਬਿਜ਼ਨਸ ਸ਼ੁਰੂ ਕਰਾਂਗਾ। ਮੈਂ ਪੁੱਛਣਾ ਚਾਹੁੰਦਾ ਚੰਨੀ ਸਾਹਿਬ ਨੂੰ ਕਿ ਅੱਜ ਵੀ ਜੋ ਵਪਾਰ ਧੰਦੇ ਗੈਰ ਕਾਨੂੰਨੀ ਕੰਮ ਤੁਸੀਂ ਕਰ ਰਹੇ ਹੋ ਉਹ ਤਾਂ ਸਾਰੇ ਤੁਹਾਡਾ ਭਤੀਜਾ ਚਲਾਉਂਦਾ ਹੈ, ਤੁਹਾਡੇ ਘਰ ਦੇ ਅਲੱਗ-ਅਲੱਗ ਲੋਕ ਚਲਾਉਂਦੇ ਨੇ। ਤਾਂ ਇਹ ਕਿੱਥੋਂ ਦੀ ਇਮਾਨਦਾਰੀ ਦਾ ਸਬੂਤ ਬਣ ਗਿਆ ਕਿ ਮੈਂ ਆਪਣੀ ਘਰਵਾਲੀ ਦੇ ਨਾਤੇ ਕੋਈ ਪ੍ਰॉपर्टी नहीं खरीदांगा, कोई बिजनेस नहीं करांगा? ਇਹ ਕੋਈ ਇਮਾਨਦਾਰੀ ਦਾ ਸਬੂਤ ਹੈ ਚੰਨੀ ਸਾਹਿਬ? ਚੰਨੀ ਸਾਹਿਬ, ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਤੁਹਾਡੇ ਭਤੀਜੇ ਜਿਸ ਨੂੰ ਤੁਸੀਂ ਸੀਐਮ ਸਿਕਿਉਰਿਟੀ ਦੇ ਕਮਾਂਡੋ ਦਿੱਤੇ ਹੋਏ ਨੇ, ਜਿਸ ਨੂੰ ਤੁਸੀਂ ਪੰਜਾਬ ਪੁਲਿਸ ਦੀ ਗੱਡੀ ਦਿੱਤੀ ਹੋਈ ਹੈ, ਪਾਇਲਟ ਗੱਡੀਆਂ ਦਿੱਤੀਆਂ ਹੋਈਆਂ ਨੇ, ਜਿਹਨੂੰ ਇੱਕ ਮੰਤਰੀ ਜਿੰਨੀ ਸੁਵਿਧਾ ਦਿੱਤੀ ਹੋਈ ਹੈ, ਸਿਰਫ ਇਸ ਲਈ ਕਿਉਂਕਿ ਉਹ ਤੁਹਾਡੇ ਸਾਲੀ ਦਾ ਮੁੰਡਾ ਹੈ, ਤੁਹਾਡਾ ਭਤੀਜਾ ਹੈ, ਉਹਦੀ ਆਪ ਦੀ ਕੋਈ ਕੁਆਲੀਫਿਕੇਸ਼ਨ ਨਹੀਂ ਹੈ, ਸਿਰਫ ਇਹੀ ਕਾਬਲੀਅਤ ਹੈ ਕਿ ਉਹ ਤੁਹਾਡੀ ਸਾਲੀ ਦਾ ਮੁੰਡਾ ਹੈ। ਤੇ ਜਦੋਂ ਉਹਦੇ ਤੇ ਈਡੀ ਦੀ ਰੇਡ ਪਈ, ਇਲੀਗਲ ਸੈਂਡ ਮਾਈਨਿੰਗ ਦੀ ਰੇਡ ਪਈ, ਤਾਂ ਉਹਦੇ ਕੋਲ 10 ਕਰੋੜ ਕੈਸ਼, 54 ਕਰੋੜ ਦੀ ਬੈਂਕ ਐਂਟਰੀਆਂ, 21 ਲੱਖ ਰੁਪਏ ਦਾ ਸੋਨਾ, ਕਰੋੜੋਂ ਦੀਆਂ ਪ੍ਰਾਪਰਟੀ ਦੇ ਕਾਗਜ਼ ਤੇ ਲਗਜ਼ਰੀ ਗੱਡੀਆਂ ਮਿਲੀਆਂ। ਤੁਸੀਂ 111 ਦਿਨ ਸੀਐਮ ਰਹੇ, ਤੇ ਜੇ 111 ਦਿਨ ਵਿੱਚ ਤੁਹਾਡੇ ਇੱਕ ਭਤੀਜੇ ਨੇ, ਇੱਕ ਸਾਲੀ ਦੇ ਮੁੰਡੇ ਨੇ ਇੰਨੀ ਦੌਲਤ ਕਮਾ ਲਈ, ਤੇ ਬਾਕੀ ਘਰ ਦੇ ਅਲੱਗ-ਅਲੱਗ ਬੰਦਿਆਂ ਨੇ ਕਿੰਨੀ ਦੌਲਤ ਕਮਾਈ ਹੋਣੀ? ਜੇ ਤੁਸੀਂ 5 ਸਾਲ ਰਹਿ ਜਾਂਦੇ ਤਾਂ ਸਾਰਾ ਪਰਿਵਾਰ ਕਿੰਨਾ ਕਮਾ ਲੈਂਦਾ? ਇਹ ਸੋਚ ਕੇ ਵੀ ਪੰਜਾਬ ਦਾ ਇੱਕ ਬੰਦਾ ਹੈਰਾਨ ਹੋ ਜਾਂਦਾ ਹੈ। ਅੱਜ ਪੰਜਾਬ ਦੇ ਲੋਕ ਇਹ ਨਹੀਂ ਜਾਣਨਾ ਚਾਹੁੰਦੇ
ਕਿ ਤੁਸੀਂ ਆਪਣੇ ਘਰਵਾਲੀ ਦੇ ਨਾਂ ਤੇ ਪ੍ਰਾਪਰਟੀ ਜਾਂ ਬਿਜ਼ਨਸ ਸ਼ੁਰੂ ਕਰੋਗੇ। ਲੋਕੀ ਇਹ ਜਾਣਨਾ ਚਾਹੁੰਦੇ ਨੇ ਕਿ ਤੁਹਾਡੇ ਭਤੀਜੇ ਦੇ ਕੋਲ 10 ਕਰੋੜ ਕੈਸ਼ ਕਿੱਥੋਂ ਆਏ। ਲੋਕੀ ਇਹ ਜਾਣਨਾ ਚਾਹੁੰਦੇ ਨੇ ਕਿ ਤੁਹਾਡੇ ਭਤੀਜੇ ਕੋਲ 54 ਕਰੋੜ ਦੀਆਂ ਬੈਂਕ ਐਂਟਰੀਆਂ ਕਿੱਥੋਂ ਆਈਆਂ। ਲੋਕੀ ਇਹ ਪੁੱਛ ਰਹੇ ਨੇ ਕਿ ਤੁਹਾਡੇ ਹੋਰ ਕਿੰਨੇ ਭਤੀਜੇ ਨੇ ਜਿਨ੍ਹਾਂ ਨੇ ਇੰਨੀ ਦੌਲਤ ਕਮਾਈ। ਚੰਨੀ ਸਾਹਿਬ, ਤੁਸੀਂ ਕਹਿੰਦੇ ਹੋ ਤੁਸੀਂ ਆਮ ਆਦਮੀ ਹੋ, ਤੁਸੀਂ ਕਹਿੰਦੇ ਹੋ ਕਿ ਮੈਂ ਤਾਂ ਮੰਜੇ ਬੁਣਨ ਵਾਲਾ, ਮੈਂ ਤਾਂ ਟੈਂਟ ਲਾਉਣ ਵਾਲਾ, ਮੈਂ ਤਾਂ ਆਟੋ ਚਲਾਉਂਦਾ ਸੀ। ਮੈਂ ਪੁੱਛਣਾ ਚਾਹੁੰਦਾ ਚੰਨੀ ਸਾਹਿਬ, ਪੰਜਾਬ ਦੇ ਕਿਹੜੇ ਟੈਂਟ ਵਾਲੇ ਦੇ ਕੋਲ 10 ਕਰੋੜ ਰੁਪਏ ਕੈਸ਼ ਨਕਦ ਹੈ? ਕਿਹੜੇ ਆਟੋ ਵਾਲੇ ਦੇ ਕੋਲ 54 ਕਰੋੜ ਦੀਆਂ ਬੈਂਕ ਐਂਟਰੀਆਂ ਹੈ? ਕਿਹੜੇ ਮੰਜੇ ਬੁਣਨ ਵਾਲੇ ਦੇ ਘਰ ਕਰੋੜੋਂ ਦੀਆਂ ਲਗਜ਼ਰੀ ਗੱਡੀਆਂ ਤੇ ਪ੍ਰਾਪਰਟੀ ਦੇ ਕਾਗਜ਼ ਮਿਲਦੇ ਨੇ? ਇਨ ਸਵਾਲਾਂ ਦੇ ਜਵਾਬ ਦਿਓ ਚੰਨੀ ਸਾਹਿਬ। ਪੰਜਾਬ ਦੇ ਲੋਕਾਂ ਨੂੰ ਬੇਵਕੂਫ ਨਾ ਬਣਾਓ ਇਹ ਕਹਿ ਕੇ ਕਿ ਅੱਜ ਤੋਂ ਬਾਅਦ ਮੈਂ ਆਪਣੀ ਘਰਵਾਲੀ ਦੇ ਨਾਤੇ ਕੋਈ ਪ੍ਰਾਪਰਟੀ ਨਹੀਂ ਖਰੀਦਾਂਗਾ, ਕੋਈ ਬਿਜ਼ਨਸ ਨਹੀਂ ਕਰਾਂਗਾ। ਚੰਡੀਗੜ੍ਹ ਦੇ ਵਿੱਚ ਲੰਗਰ ਬਾਬਾ ਦੇ ਨਾਮ ਨਾਲ ਮਸ਼ਹੂਰ ਜਗਦੀਸ਼ ਲਾਲ ਆਹੂਜਾ ਨੂੰ ਕੇਂਦਰ ਸਰਕਾਰ ਵੱਲੋਂ ਉਹਨਾਂ ਦੀਆਂ ਸੇਵਾਵਾਂ ਦੇ ਚੱਲਦਿਆਂ ਪਦਮ ਸ਼੍ਰੀ ਦੇ ਲਈ ਚੁਣਿਆ ਗਿਆ ਸੀ, ਪਰ ਉਹ ਨਹੀਂ ਜਾ ਸਕੇ ਸੀ ਅਵਾਰਡ ਲੈਣ ਦੇ ਲਈ ਤੇ ਹੁਣ ਉਹ ਸਾਡੇ ਵਿਚਕਾਰ ਵੀ ਨਹੀਂ ਹਨ। ਪਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਪਤਨੀ ਨੂੰ ਇਸ ਅਵਾਰਡ ਦੇ ਨਾਲ ਨਵਾਜਿਆ ਗਿਆ। ਪੇਸ਼ ਹੈ ਰਿਪੋਰਟ। ਲੰਗਰ ਬਾਬਾ ਦੇ ਨਾਮ ਦੇ ਨਾਲ ਮਸ਼ਹੂਰ ਜਗਦੀਸ਼ ਲਾਲ ਆਹੂਜਾ ਨੂੰ ਸਾਰੇ ਜਾਣਦੇ ਨੇ। ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਬੀਤੇ ਸਮੇਂ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ ਸੀ ਅਤੇ ਉਹਨਾਂ ਦੀ ਧਰਮ ਪਤਨੀ ਨੂੰ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਹੈ। ਜਗਦੀਸ਼ ਲਾਲ ਆਹੂਜਾ ਨੂੰ ਭਾਰਤ ਸਰਕਾਰ ਨੇ ਉਹਨਾਂ ਦੀ ਕੀਤੀ ਗਈ ਸੇਵਾ ਬਦਲੇ ਪਦਮ ਸ਼੍ਰੀ ਅਵਾਰਡ ਦੇ ਲਈ ਚੁਣਿਆ ਸੀ, ਲੇਕਿਨ ਖਰਾਬ ਸਿਹਤ ਦੇ ਚਲਦੇ ਉਹ ਦਿੱਲੀ ਜਾ ਕੇ ਰਾਸ਼ਟਰਪਤੀ ਦੇ ਹੱਥੋਂ ਇਹ ਅਵਾਰਡ ਹਾਸਲ ਨਹੀਂ ਕਰ ਸਕੇ ਸੀ ਤੇ ਅਜਿਹੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਨੂੰ ਇਸ ਅਵਾਰਡ ਦੇ ਨਾਲ ਨਿਵਾਜਿਆ ਹੈ। ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਵੱਲੋਂ ਉਹਨਾਂ ਨੂੰ ਇਹ ਸਨਮਾਨ ਦਿੱਤਾ ਗਿਆ ਅਤੇ ਜਗਦੀਸ਼ ਲਾਲ ਆਹੂਜਾ ਗਰੀਬ ਅਤੇ ਬੇਸਹਾਰਾ ਲੋਕਾਂ ਦੇ ਲਈ ਲੰਬੇ ਸਮੇਂ ਤੋਂ ਲੰਗਰ ਦੀ ਸੇਵਾ ਕਰ ਰਹੇ ਸੀ ਤੇ ਹਾਲ ਹੀ ਵਿੱਚ ਉਹਨਾਂ ਦਾ ਦੇਹਾਂਤ ਹੋਇਆ ਸੀ। ਉਹਨਾਂ ਦੀ ਪਤਨੀ ਨਿਰਮਲ ਆਹੂਜਾ ਵੀ ਆਪਣੇ ਪਤੀ ਦੇ ਨਾਲ ਇਸ ਸੇਵਾ ਦੇ ਕੰਮ ਦੇ ਵਿੱਚ लंबे समय तो जुड़े हुए सी। खुशी तो बहुत ज़्यादा हुई, कितनी मेन भगवान की कृपा से उनको इतनी इज्जत मान और लाखों करोड़ों बच्चों की दुआएं जो गरीब गुरबे को खाना खिलाते थे करते थे, तो मैं भी उनके चाहे साथ ही थी, पर उन्होंने इतनी ज़्यादा मेहनत की है, उनकी बदौलत अब हम सबको इज्जत मान मिल रहा है। इस बारे ਉਹਨਾਂ ਦੇ ਬੇਟੇ ਗ੍ਰੀਸ਼ ਆਹੂਜਾ ਨੇ ਦੱਸਿਆ ਕਿ ਉਹਨਾਂ ਦੀ ਮਾਤਾ ਬੀਤੇ 10 ਸਾਲਾਂ ਤੋਂ ਇਸ ਸੇਵਾ ਦੇ ਕੰਮ ਦੇ ਵਿੱਚ ਉਹਨਾਂ ਦੇ ਪਿਤਾ ਜੀ ਦੇ ਨਾਲ ਲੱਗੇ ਹੋਏ ਸੀ ਤੇ ਜਦੋਂ ਵੀ ਉਹਨਾਂ ਦੇ ਪਿਤਾ ਲੰਗਰ ਸੇਵਾ ਦੇ ਲਈ ਜਾਂਦੇ ਸੀ ਤਾਂ ਉਹ ਉਹਨਾਂ ਦੇ ਨਾਲ ਹੀ ਰਹਿੰਦੇ ਸੀ। हाँ, अगर अच्छा तो आज बहुत लग रहा है और बड़ी प्राइड मोमेंट्स हैं कि उनको ये अवार्ड मिला है और हमने उनके बिहाफ पे रिसीव किया है, मेरे मदर ने रिसीव किया है। अगर वो लेते तो उसका जो खुशी जो कुछ दुगनी होनी थी, चौगनी होनी थी, लेकिन ये अफसोस भी है कि वो अब नहीं है हमारे बीच में। तो उनके हम उनको जो अवार्ड है हमने रिसीव किया है और लाखों करोड़ों आदमियों की ये दुआएं हैं जो अवार्ड के रूप में हमें मिली। आपको लगता है कि जिस तरह से उन्होंने लंगर की शुरुआत की, शुरुआत में उनके अंदर वो पागलपन था कि मैं जितनी सेवा लोगों की मानवता की कर सकूं, आज वो सेवा मानवता के लिए आप भी उस सेवा में लगे होंगे, उस लंगर की सेवा में? हाँ जी, लंगर आज भी चल रहा है, उनके आशीर्वाद से और माता जी के आशीर्वाद से आज भी चल रहा है और हमारा जितनी भी हमारी ताकत रहेगी, परमात्मा का आशीर्वाद रहेगा, ये आहूजा परिवार चलाता रहेगा और जितना हमारा परमात्मा ने आशीर्वाद लिखा हुआ है, हमारे हाथ से सेवा लिखी हुई है, हम ज़रूर करेंगे। और आदमी कहता है ना जी, वो सुबह शाम पाठ करते थे, पूजा करते थे, सब कुछ करते थे, तो हम पास में से निकल भी जाते थे तो हमें वो चीज़ पहले महसूस नहीं होती थी। तो अब ये महसूस होता है कि जो वो कार्य अधूरा छोड़ गए हैं वो बीड़ा अब हमने करना है पूरा। जैसे हम
अपने आप को इतना प्राउड फील करते हैं कि हमारे फादर ने इतना अच्छा किया है और लोग हमें मतलब उनको प्यार करते हैं और सब कुछ करते हैं, और उनकी वजह से हमने मतलब उनको दौलत आदमी कमाता है लेकिन उन्होंने इतनी बड़ी वो चीज़ पाई है कि उनकी लोग हमें उनको प्यार इतना देते हैं उनकी वजह से, हमारे कर्मों से नहीं, उनकी वजह से। मैं भी ये चाहता हूँ कि हम भी इतने अच्छे काम करें कि लोग हमारे से भी प्रेरित हों, कि हम मतलब लोग जब हमें प्यार करते हैं तो हमें आंखों में आंसू आ जाता है कि हमारे फादर ने पैसों के साथ साथ ये इज्जत भी कमाई है। ਤੁਹਾਨੂੰ ਦੱਸ ਦਈਏ ਕਿ ਸਨ 2000 ਦੇ ਵਿੱਚ ਜਗਦੀਸ਼ ਲਾਲ ਆਹੂਜਾ ਵੱਲੋਂ ਪੀਜੀਆਈ ਦੇ ਵਿੱਚ ਲੰਗਰ ਲਗਾਉਣਾ ਸ਼ੁਰੂ ਕੀਤਾ ਗਿਆ ਸੀ ਤੇ ਜਗਦੀਸ਼ ਆਹੂਜਾ ਦਾ ਕੁਝ ਸਮਾਂ ਪਹਿਲਾਂ ਹੀ 86 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਸੀ ਤੇ ਉਹਨਾਂ ਨੇ ਲੰਬਾ ਸਮਾਂ ਪੀਜੀਆਈ ਦੇ ਮਰੀਜ਼ਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਲਈ ਲੰਗਰ ਦੀ ਸੇਵਾ ਕੀਤੀ ਸੀ ਅਤੇ ਇੱਥੋਂ ਤੱਕ ਕਿ ਗਰੀਬ ਅਤੇ ਬੇਸਹਾਰਾ ਲੋਕਾਂ ਦੇ ਲਈ ਵੀ ਉਹਨਾਂ ਦੀ ਇਹ ਸੇਵਾ ਜਿਉਂਦੀ ਤਿਉਂ ਸੀ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਬਹੁਤ ਸਾਰੇ ਵਿਭਾਗਾਂ ਦੇ ਵਿੱਚ ਬਹੁਤ ਸਾਰੇ ਮੁਲਾਜ਼ਮ ਅਜਿਹੇ ਨੇ ਜੋ ਕੰਟਰੈਕਚੁਅਲ ਹਨ ਤੇ ਉਹਨਾਂ ਨੇ ਹੀ ਇਕੱਠੇ ਹੋ ਕੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਹਨਾਂ ਨੇ ਸਰਕਾਰ ਤੇ ਅੱਗੇ ਆਪਣੀਆਂ ਕਈ ਤਰ੍ਹਾਂ ਦੀਆਂ ਮੰਗਾਂ ਵੀ ਰੱਖੀਆਂ। ਚੰਡੀਗੜ੍ਹ 'ਚ ਆਪਣੀ ਜਾਇਜ਼ ਅਤੇ ਸੰਵਿਧਾਨਕ ਮੰਗਾਂ ਲਈ ਮੀਡੀਆ ਦੇ ਜ਼ਰੀਏ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਜਗਾਉਣ ਲਈ ਆਲ ਕੰਟਰੈਕਚੁਅਲ ਕਰਮਚਾਰੀ ਸੰਘ ਨੇ ਆਪਣੀ ਸਮੱਸਿਆਵਾਂ ਰੱਖੀ। ਆਲ ਕੰਟਰੈਕਚੁਅਲ ਕਰਮਚਾਰੀ ਸੰਘ ਯੂਟੀ ਚੰਡੀਗੜ੍ਹ ਦੇ ਪ੍ਰਧਾਨ ਅਸ਼ੋਕ ਕੁਮਾਰ ਅਤੇ ਜਨਰਲ ਸੈਕਟਰੀ ਨੇ ਕੰਟਰੈਕਟ ਅਤੇ ਆਊਟਸੋਰਸ ਵਰਕਰਾਂ ਦੀਆਂ ਜਾਇਜ਼ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਚੁੱਕਿਆ ਅਤੇ ਸਮਰਥਨ ਕੀਤਾ। ਰੈਗੂਲਰ ਭਰਤੀਆਂ ਵਿੱਚ ਸੈਕਸ਼ਨ ਪੋਸਟਾਂ ਉੱਤੇ ਕੰਮ ਕਰ ਰਹੇ ਗੈਸਟ ਟੀਚਰਾਂ ਅਤੇ ਕੰਟਰੈਕਟ ਵਰਕਰਾਂ ਨੂੰ ਛੁੱਟ ਦੇਣ ਅਤੇ ਪੱਕਾ ਕਰਨ, ਲਾਇਨਸ ਕੰਪਨੀ ਵੱਲੋਂ ਕੱਢੇ ਗਏ 4 ਸਫਾਈ ਕਰਮਚਾਰੀਆਂ ਨੂੰ ਬਹਾਲ ਕਰਨ ਅਤੇ ਆਊਟਸੋਰਸਿੰਗ ਵਰਕਰਾਂ ਅਤੇ NHM ਕਰਮਚਾਰੀਆਂ ਨੂੰ ਸਮਾਨ ਕੰਮ, ਸਮਾਨ ਤਨਖਾਹ ਅਤੇ ਜੈਮ ਪੋਰਟਲ ਵਿੱਚ ਟੈਂਡਰ ਦੀ ਮਿਆਦ 3 ਤੋਂ 5 ਸਾਲ ਕਰਨ ਅਤੇ ਨੌਕਰੀ ਦੀ ਸੁਰੱਖਿਆ ਦੀ ਮੰਗ ਕੀਤੀ। 1050 पोस्टों में लगभग 500 टीचर्स ऑलरेडी उसमें इंक्लूडेड हैं जो कि पहले से काम कर रहे हैं। उनके बारे में प्रशासन ने अभी तक कुछ सुध नहीं ली है, ना उनकी कुछ पॉलिसी बनाई गई है। अब उनके नौकरी पे एक तरह से डर बना हुआ है कि कल को अगर ये पोस्ट एडवर्टाइजमेंट हो जाती हैं तो वो लोग जो 20 साल 25 साल से यहाँ पर काम कर रहे हैं वो लोग कहाँ जाएंगे। उनकी फैमिलीज़ हैं, उनके बच्चे यहाँ पर चंडीगढ़ में पढ़ रहे हैं और इतनी साल की नौकरियाँ हो गई लेकिन प्रशासन ने उनकी सिक्योरिटी के लिए कोई बात नहीं करी है। जो यहाँ के रहनुमा हैं, जो लोकतंत्र को बचाने की जिनके ऊपर जिम्मेवारी है, वो इस काम को कर रहे हैं, ये बड़े दुख की बात है। ये गैर संवैधानिक कार्य जो है खुद कर रहे हैं और जो हम संविधान के दायरे में होकर मांग रहे हैं हमें नज़रअंदाज किया जाता है। ये कर्मचारियों की जो मांगे हैं हम आज भी कहते हैं कि दोबारा से चाहे टेबल टॉक करके जो भी हमारी पुरानी मांगे हैं, चाहे वो आउटसोर्सिंग की, समान कार्य समान वेतन की हो, ठेकेदारी में शोषण की हो जो है उसको बंद करने की, या रेगुलाइजेशन की हो, वो जो संवैधानिक डिमांड है उसको पूरा किया जाए कर्मचारियों को। अगर नहीं किया जाता तो फिर संविधान का यहाँ मतलब ही नहीं है इस देश में। ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਕੁੱਲ ਚੰਡੀਗੜ੍ਹ ਪ੍ਰਸ਼ਾਸਨ ਦੇ ਲਗਭਗ 25000 ਕੰਟਰੈਕਟ ਅਤੇ ਆਊਟਸੋਰਸ ਦੀਆਂ ਲੰਬੇ ਸਮੇਂ ਤੋਂ ਮੰਗਾਂ ਪਈਆਂ ਹਨ, ਜਿਸ ਨੂੰ ਲੈ ਕੇ ਆਲ ਕੰਟਰੈਕਚੁਅਲ ਕਰਮਚਾਰੀ ਸੰਘ ਯੂਟੀ ਚੰਡੀਗੜ੍ਹ ਵੱਲੋਂ ਕੀਤੀ ਗਈ ਕਾਨਫਰੰਸ ਵਿੱਚ ਸੰਬੋਧਿਤ ਕੀਤਾ ਗਿਆ। ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ। ਚੰਡੀਗੜ੍ਹ ਦੇ ਵਿੱਚ ਗੱਲ ਚੱਲ ਰਹੀ ਸੀ ਕਿ ਹੁਣ ਪਾਣੀ ਦੇ ਰੇਟ ਵੱਧ ਜਾਣਗੇ, ਪਰ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੀ ਨਵੀਂ ਬਣੀ ਮੇਅਰ ਸਰਬਜੀਤ ਕੌਰ ਨੇ ਚੰਡੀਗੜ੍ਹ ਦੀ ਜਨਤਾ ਨਾਲ ਇਹ ਵਾਅਦਾ ਕੀਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਰੇਟ ਨਹੀਂ ਵਧਣਗੇ ਤੇ ਇਸ ਲਈ ਉਹ ਗਵਰਨਰ ਦੇ ਨਾਲ ਖੁਦ ਮੁਲਾਕਾਤ ਕਰਨਗੇ। ਚੰਡੀਗੜ੍ਹ ਦੀ ਨਵੀਂ ਬਣੀ ਮੇਅਰ ਸਰਬਜੀਤ ਕੌਰ ਨੇ ਇੱਕ ਵਾਰ ਫਿਰ ਸਾਫ਼ ਕਰ ਦਿੱਤਾ ਹੈ ਕਿ 1 ਅਪ੍ਰੈਲ ਤੋਂ ਜੋ ਪਾਣੀ ਦੇ ਰੇਟ ਵਧਣੇ ਹਨ ਉਹ ਨਹੀਂ ਵਧਣਗੇ। ਉਹ ਇਸ ਨੂੰ ਲੈ ਕੇ ਆਪਣੇ ਆਪ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਣਗੇ। ਮੇਅਰ ਨੇ ਕਿਹਾ ਕਿ ਪਿਛਲੀ ਵਾਰ ਵੀ ਭਾਜਪਾ ਨੇ ਪਾਣੀ ਦੇ ਰੇਟ ਨਹੀਂ ਵਧਣ ਦਿੱਤੇ ਸੀ ਤੇ ਇਸ ਵਾਰ ਵੀ ਅਜਿਹਾ ਹੀ ਹੋਵੇਗਾ। ਦੇਖੋ ਮੈਂ ਕਹਿੰਦੀ ਹਾਂ ਜਿਹੜੇ ਪਿੰਡ ਵਿੱਚ ਸੰਘਰਸ਼ ਕਮੇਟੀ ਵਾਲੇ ਆਏ ਨੇ ਉਹ ਮੈਨੂੰ ਇੱਕ ਆਪਣੀ ਧੀ ਸਮਝ ਕੇ ਆਏ ਨੇ। ਉਹ ਕਹਿੰਦੇ ਸਾਨੂੰ ਬਹੁਤ ਮਾਣ ਹੁੰਦਾ ਕਿ ਤੁਸੀਂ ਇੱਥੇ ਬੈਠੇ ਹੋ, ਅਸੀਂ ਡਾਇਰੈਕਟਲੀ ਤੁਹਾਡੇ ਨਾਲ ਆ ਕੇ ਗੱਲ ਕਰ ਸਕਦੇ ਹਾਂ। ਮੈਨੂੰ ਵੀ ਬਹੁਤ ਮਾਣ ਆਉਂਦਾ ਕਿ ਉਹ ਮੈਨੂੰ 'ਤੇ ਇੰਨਾ ਵਿਸ਼ਵਾਸ ਕਰਦੇ ਨੇ ਅਤੇ ਮੇਰੀ ਇਹੀ ਕੋਸ਼ਿਸ਼ ਰਹੇਗੀ
ਕਿ ਹਾਊਸ 'ਚ ਅਸੀਂ ਇਹੀ ਏਜੰਡਾ ਲੈ ਕੇ ਆਵਾਂਗੇ ਕਿ ਪਹਿਲਾਂ ਵੀ ਬੀਜੇਪੀ ਵਾਲੇ ਦੇ ਟਰਮ 'ਚ ਪਾਣੀ ਦੇ ਰੇਟ ਨਹੀਂ ਵਧਣ ਦਿੱਤੇ ਸੀਗੇ ਅਤੇ ਹੁਣ ਵੀ ਮੇਰੀ ਇਹੀ ਕੋਸ਼ਿਸ਼ ਰਹੇਗੀ। ਮੈਂ ਸਪੈਸ਼ਲੀ ਗਵਰਨਰ ਸਾਹਿਬ ਨਾਲ ਮਿਲਾਂਗੀ, ਉਹਨਾਂ ਨੂੰ ਰਿਕੁਐਸਟ ਕਰਾਂਗੀ ਕਿ ਪਾਣੀ ਦੇ ਰੇਟ ਨਾ ਵਧਣ ਜੋ 1 ਅਪ੍ਰੈਲ ਤੋਂ ਵਧਣੇ ਨੇ, ਅਤੇ ਤਾਂ ਕਿ ਲੋਕਾਂ 'ਤੇ ਇੰਨਾ ਬਰਡਨ ਨਾ ਪਵੇ। ਤੇ ਉਹਨਾਂ ਦੀ ਦੂਸਰੀ ਇੱਕ ਗੱਲ ਸੀਗੀ ਕੂੜੇ ਦੇ ਰੇਟ ਜਿਸ ਤਰ੍ਹਾਂ ਵਧਾਏ ਜਾ ਰਹੇ ਹਨ ਉਹ ਵੀ ਨਾ ਵਧਣ ਪਿੰਡਾਂ ਦੇ ਵਾਸਤੇ। ਹਾਂਜੀ ਹਾਂਜੀ ਹਾਂ, ਉਹਨਾਂ ਨੇ ਉਹ ਵੀ ਜਿਵੇਂ ਕਿਹਾ ਕਿ ਇੱਕ ਸਿਰਫ ਛੋਟੀ ਸੀ ਸ਼ੌਪ ਹੈ, ਮਤਲਬ ਉਹਨਾਂ ਦੀ ਹੈ ਮਤਲਬ ਹੋਟਲ ਵਾਲੇ ਦਾ ਤਾਂ ਮੰਨਿਆ ਕਿ ਕੂੜਾ ਨਿਕਲਦਾ ਚਲੋ 500 ਜਾਂ 300 ਜੋ ਉਹਨਾਂ ਦਾ ਰੇਟ ਹੈ, ਪਰ ਈਵਨ ਇੱਕ ਕੱਪੜੇ ਦੀ ਛੋਟੀ ਜੀ ਨੀਡ ਬੇਸ 'ਤੇ ਉਹਨਾਂ ਨੇ ਕੀਤੀ ਹੋਈ ਆਪਣੇ ਘਰ 'ਚ ਕੀਤੀ ਹੋਈ ਹੈ, ਔਰ ਅਤੇ ਉਹਦੇ 'ਚ ਉਹਨਾਂ ਨੂੰ ਵੀ ਚਾਰਜਿਸ ਉਹਨੇ 500 ਲਾਇਆ। ਇਹ ਵੀ ਮੇਰੀ ਕੋਸ਼ਿਸ਼ ਰਹੇਗੀ ਕਿ ਜਿੱਥੇ ਤੱਕ ਹੋ ਸਕੇ ਅਸੀਂ ਉਹਨੂੰ ਵੀ ਹੱਲ ਕਰ ਸਕੀਏ। ਦਰਅਸਲ ਪੇਂਡੂ ਸੰਘਰਸ਼ ਕਮੇਟੀ ਵੱਲੋਂ ਇਸ ਨੂੰ ਲੈ ਕੇ ਮੇਅਰ ਸਰਬਜੀਤ ਕੌਰ ਨੂੰ ਇੱਕ ਮੈਮੋਰੈਂਡਮ ਸੌਂਪਿਆ ਗਿਆ ਸੀ, ਜਿਸ ਵਿੱਚ ਕਮੇਟੀ ਦੇ ਮੈਂਬਰਾਂ ਵੱਲੋਂ ਕਿਹਾ ਗਿਆ ਸੀ ਕਿ ਚੰਡੀਗੜ੍ਹ ਦੇ ਪਿੰਡਾਂ ਵਿੱਚ ਪਾਣੀ ਦੇ ਰੇਟ ਅਤੇ ਗਾਰਬੇਜ ਕਲੈਕਟਰ ਦੇ ਰੇਟ ਵਧਾਏ ਗਏ ਹਨ, ਜਿਸ ਦਾ ਖਾਸਾ ਅਸਰ ਪਿੰਡ ਵਿੱਚ ਦੁਕਾਨਦਾਰਾਂ ਤੇ ਪੈ ਰਿਹਾ ਹੈ। ਇਸ ਲਈ ਹੁਣ ਪਾਣੀ ਦੇ ਅਤੇ ਗਾਰਬੇਜ ਦੇ ਰੇਟ ਨਹੀਂ ਵਧਾਏ ਜਾਣਗੇ। ਤੇ ਅੱਜ ਜਿਹੜਾ ਅਸੀਂ ਮੈਮੋਰੈਂਡਮ ਦਿੱਤਾ ਜੀ, ਇਹ ਦਿੱਤਾ ਗਿਆ ਹੈ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਵੱਲੋਂ। ਇਹ ਮੈਮੋਰੈਂਡਮ ਅਸੀਂ ਪਹਿਲਾਂ ਵੀ ਦੇ ਕੇ ਗਏ ਸੀਗੇ, ਜੋ ਇਹਨਾਂ ਤੋਂ ਪਹਿਲਾਂ ਮੇਅਰ ਸੀਗੇ ਉਹਨਾਂ ਨੂੰ ਵੀ ਦਿੱਤਾ ਸੀਗਾ ਤੇ ਕਮਿਸ਼ਨਰ ਸਾਹਿਬ ਨੂੰ ਵੀ ਦਿੱਤਾ ਸੀਗਾ। ਜਿਹੜੇ ਪਿੰਡਾਂ ਦੇ ਵਿੱਚ ਕੂੜੇ ਦੇ ਉੱਪਰ ਜਿਹੜੇ ਕਰ ਲਾਇਆ ਗਿਆ ਹੈ, ਜਾਂ ਪਿੰਡਾਂ ਦੇ ਵਿੱਚ ਜਿਹੜੇ ਪਾਣੀ ਦੇ ਬਿੱਲਾਂ ਦੇ ਉੱਤੇ ਜਿਹੜਾ ਸੀਵਰੇਜ ਸੈਸ 30% ਲਗਾਇਆ ਗਿਆ ਹੈ, ਉਸ ਦੇ ਬਦਲੇ ਦੇ ਵਿੱਚ ਅਸੀਂ ਇਹ ਮੰਗ ਕੀਤੀ ਆ ਕਿ ਜਿਹੜਾ ਇਹ ਕੂੜੇ ਦੇ ਉੱਤੇ ਕਰ ਲਗਾਇਆ ਗਿਆ ਹੈ, ਕਮਰਸ਼ੀਅਲ ਜੋ ਦੁਕਾਨਾਂ ਨੇ ਪਿੰਡਾਂ ਦੇ ਵਿੱਚ ਉਹਨਾਂ ਦੇ ਉੱਤੇ 500 ਰੁਪਈਆ ਪਰ ਦੁਕਾਨ ਲਗਾਇਆ ਗਿਆ ਹੈ, ਤੇ ਘਰਾਂ ਦੇ ਵਿੱਚ ਵੀ ਇਹ ਕਿਤੇ ਜਗ੍ਹਾ ਦੇ ਹਿਸਾਬ ਨਾਲ 100 ਰੁਪਈਆ 200 ਰੁਪਈਆ ਪਰ ਬਿਲਡਿੰਗ ਦੇ ਹਿਸਾਬ ਨਾਲ ਲਗਾਇਆ ਗਿਆ ਹੈ। ਉਸ ਦੇ ਲਈ ਅਸੀਂ ਅੱਜ ਜੋ ਮੈਮੋਰੈਂਡਮ ਦੇਣ ਆਏ ਸੀਗੇ, ਜੋ ਨਵੇਂ ਮੇਅਰ ਬਣੇ ਨੇ ਉਹਨਾਂ ਨੂੰ ਫਿਰ ਤੋਂ ਅਸੀਂ ਇਹ ਯਾਦ ਪੱਤਰ ਇੱਕ ਦਿੱਤਾ ਹੈ ਕਿ ਇਸ ਦੇ ਉੱਤੇ ਦੇਖਿਆ ਜਾਵੇ, ਗੌਰ ਕੀਤੀ ਜਾਵੇ ਤੇ ਇਹਦੇ ਉੱਪਰ ਲੋਕਾਂ ਨੂੰ ਸਹੂਲਤ ਦਿੱਤੀ ਜਾਵੇ, ਨਾ ਕਿ ਲੋਕਾਂ ਨੂੰ ਤੰਗ ਕੀਤਾ ਜਾਵੇ। ਅਸੀਂ ਬੇਨਤੀ ਕਰਨ ਆਏ ਸੀ ਅੱਜ ਔਰ ਬੇਨਤੀ ਕਰਕੇ ਚੱਲੇ ਹਾਂ। ਸਾਨੂੰ ਮੇਅਰ ਸਾਹਿਬ ਨੇ ਬਹੁਤ ਆਸ਼ਵਾਸਨ ਦਿੱਤਾ, ਉਹ ਕਹਿੰਦੇ ਵੀ ਅਸੀਂ ਇਸ ਦੇ ਉੱਤੇ ਜ਼ਰੂਰ ਗੌਰ ਕਰਾਂਗੇ। ਅਸੀਂ ਤਾਂ ਇਹ ਕਿਹਾ ਕਿ ਪਿੰਡਾਂ ਦੇ ਵਿੱਚ ਤਾਂ ਅਸਲ ਦੇ ਵਿੱਚ ਇਹ ਚੀਜ਼ਾਂ ਲੱਗਣੀਆਂ ਹੀ ਨਹੀਂ ਚਾਹੀਦੀਆਂ, ਕਿਉਂਕਿ ਪਿੰਡਾਂ ਦੀਆਂ ਜ਼ਮੀਨਾਂ ਲੈ ਕੇ ਹੀ ਤਾਂ ਚੰਡੀਗੜ੍ਹ ਵਸਾਇਆ ਗਿਆ, ਔਰ ਜਿਨ੍ਹਾਂ ਦੀਆਂ ਜ਼ਮੀਨਾਂ ਲੈ ਕੇ ਚੰਡੀਗੜ੍ਹ ਵਸਾਇਆ ਗਿਆ, ਅਗਰ ਉਹਨਾਂ ਦੇ ਉੱਤੇ ਟੈਕਸ ਲੱਗੀ ਜਾ ਉਹਨਾਂ ਦਾ ਰੁਜ਼ਗਾਰ ਵੈਸੇ ਹੀ ਖਤਮ ਹੋ ਗਏ। ਜਿਹੜੇ ਮਾੜੇ ਮੋਟੇ ਰੁਜ਼ਗਾਰ ਹੈਗੇ ਹੈ ਉਹਨਾਂ ਦੇ ਉੱਤੇ ਅਗਰ ਟੈਕਸ ਲੱਗਣ ਲੱਗ ਜੂਗੇ ਤਾਂ ਉਹ ਪਿੰਡਾਂ ਵਾਲੇ ਬੰਦੇ ਕਿੱਥੇ ਜਾਊਗੇ। ਵੈਸੇ ਤਾਂ ਪਹਿਲੀ ਗੱਲ ਇਹ ਹੈ ਕਿ ਉਹਨਾਂ ਦੇ ਉੱਤੇ ਇਹ ਚੀਜ਼ਾਂ ਲੱਗਣੀਆਂ ਹੀ ਨਹੀਂ ਚਾਹੀਦੀਆਂ, ਲੇਕਿਨ ਹੁਣ ਅਗਰ ਇਹਨੇ ਪਹਿਲਾਂ ਕੁਝ ਲਗਾਇਆ ਵਾ ਹੈਗਾ ਤਾਂ ਕੁਝ ਪਰਸੈਂਟੇਜ ਉਹਨੂੰ ਰਹਿਣ ਦਿਓ, ਲੇਕਿਨ ਬਾਕੀ ਜਿਹੜਾ ਇਹ ਵਧਾਉਣ ਦੇ ਵਿੱਚ ਫਿਰ ਰਹੇ ਹੈ ਤੇ ਬਾਕੀ ਸੀਵਰੇਜ ਹੈ ਜੋ ਵੀ ਇਹਨਾਂ ਨੇ ਲਗਾਇਆ ਉਹ ਨਹੀਂ ਲੱਗਣਾ ਚਾਹੀਦਾ। ਜਿਹੜਾ ਦੁਕਾਨਾਂ ਦੇ 500 ਰੁਪਈਆ ਲਾਇਆ ਹੈ, ਜਦ ਕਿ ਦੁਕਾਨ ਦੇ ਅੰਦਰ ਕੋਈ ਇਹਨਾਂ ਫੈਸਿਲਿਟੀ ਨਹੀਂ ਦਿੱਤੀ, ਕੋਈ ਲਾਈਟ ਨਹੀਂ, ਕੋਈ ਪਾਰਕਿੰਗ ਨਹੀਂ, ਕੋਈ ਗੱਡੀ ਖੜੀ ਕਰਨ ਵਾਸਤੇ ਨਹੀਂ, ਕੋਈ ਬਰਾਂਡਾ ਨਹੀਂ। ਪਿੰਡਾਂ ਵਾਲਿਆਂ ਨੇ ਜੇ ਦੁਕਾਨ ਬਣਾਈ ਹੈ ਉਹਨਾਂ ਨੇ ਆਪਣੀ ਰਹਿائش ਨੂੰ ਕੱਟ ਕੇ ਸਿਰਫ ਰੋਟੀ ਖਾਣ ਵਾਸਤੇ ਉਹਦਾ ਜੁਗਾੜ ਕਰਿਆ। ਉਸ ਜੁਗਾੜ 'ਤੇ ਵੀ ਜਿਹੜੀ ਸਰਕਾਰ ਹੈ, MC ਹੈ, ਉਹ ਟੈਕਸ ਲਾ ਰਹੀ ਹੈ। ਸਾਨੂੰ ਸਟਰਗਲ ਵਾਸਤੇ ਸਾਨੂੰ ਮਜਬੂਰ ਕਰ ਰਹੀ ਹੈ, ਔਰ ਜੇ ਸਾਡੀ ਇੱਦਾਂ ਸੁਣਵਾਈ ਕੀਤੀ ਗਈ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਅੰਦਰ ਇੱਥੇ MC ਦੇ ਦਫ਼ਤਰ ਦੇ ਸਾਹਮਣੇ ਧਰਨਾ ਲਾ ਕੇ ਗੌਰਮੈਂਟ ਦੇ ਖਿਲਾਫ ਪ੍ਰੋਟੈਸਟ ਕਰਾਂਗੇ। ਦੱਸ ਦਿੰਦੇ ਹਾਂ ਕਿ ਜਦੋਂ 2022 ਦਾ ਬਜਟ ਪਾਸ ਹੋਇਆ ਸੀ, ਉਸ ਦਿਨ ਤੋਂ ਵੀ ਨਗਰ ਨਿਗਮ ਦੀ ਮੇਅਰ ਨੇ ਸਾਫ਼ ਕਰ ਦਿੱਤਾ ਸੀ ਕਿ ਚੰਡੀਗੜ੍ਹ ਦੇ ਕਿਸੇ ਵੀ ਪਿੰਡਾਂ ਸੈਕਟਰਾਂ ਦੇ ਪਾਣੀ ਦੇ ਰੇਟ ਨੂੰ ਵਧਣ ਨਹੀਂ ਦੇਵੇਗੀ। ਜਗਬਾਣੀ ਟੀਵੀ ਲਈ ਭਗਵੰਤ ਸਿੰਘ ਦੀ ਰਿਪੋਰਟ। ਬੱਚਿਆਂ ਦੇ ਲਈ ਵੀ ਹੁਣ ਸੈਲਫ ਡਿਫੈਂਸ ਟ੍ਰੇਨਿੰਗ ਲੈਣਾ ਬੇहद ਲਾਜ਼ਮੀ ਹੈ ਤੇ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਚੰਡੀਗੜ੍ਹ ਦੇ ਵਿੱਚ ਸੈਲਫ ਡਿਫੈਂਸ ਟ੍ਰੇਨਿੰਗ ਦੇ ਲਈ ਇੱਕ ਖਾਸ ਮੁਹਿੰਮ ਚਲਾਈ ਗਈ, ਜਿਸ ਦੇ ਵਿੱਚ ਇੱਕ ਸਕੂਲ ਦੀਆਂ ਵਿਦਿਆਰਥਣਾਂ ਨੂੰ ਖਾਸ ਤੌਰ ਤੇ ਇਹ ਸਿਖਲਾਈ ਦਿੱਤੀ ਗਈ। हमारे यहाँ स्कूल में इनर व्हील ने एक प्रोग्राम हमें ऑर्गेनाइज़ किया था जो कि सेल्फ डिफेंस का था। वो 5 डेज़ का कैंप था। इस सेल्फ डिफेंस के कैंप में हमने बहुत कुछ सीखा था, जिससे अगर हमारी डे टू डे लाइफ में अगर हम कहीं बाहर जाते हैं, कहीं रात में हम फंस भी जाते हैं, तो कोई भी हमें कोई प्रॉब्लम्स पड़ती हैं, मुसीबतें आती हैं, तो हम इस सेल्फ डिफेंस का जो हमें सिखाया गया इसका इस्तेमाल करके हम अपने आप को प्रोटेक्ट कर सकते हैं। और इन जो 5 डेज़ में है जो हमें सिखाने के साथ साथ हमें रिफ़्रेशमेंट मिली थी जो कि बहुत अच्छी थी। और इसके साथ साथ मैं बाकी लड़कों को भी यही कहूँगी कि वो ये सेल्फ डिफेंस सीखें, अपने लाइफ में इस चीज़ को क्या कहते हैं, अपने लाइफ में इसको इस्तेमाल करें और अपने आप को भी बचाएं इस चीज़ से। ये ऑर्गेनाइज किया था इनर व्हील क्लब ने हमारा सेल्फ डिफेंस प्रोग्राम, जिसमें उपेंद्र मौर्य ने ऑर्गेनाइज कराया है। इसमें पुलिस के जो है 2 कांस्टेबल ने बहुत अच्छा रोल
निभाया है और हमारे गर्ल्स को 9th ऑनवर्ड्स 9 to 12th गर्ल्स को सेल्फ डिफेंस ट्रेनिंग दी है, जो कि मैं कहती हूँ कि बच्चों ने इतना अच्छा लर्न किया है कि आने वाले टाइम में अगर उनको अपने आप को प्रोटेक्ट करने की फुल ट्रेनिंग है, मतलब कि कोई भी किसी तरह की भी अगर उसको डिफ़िकल्टी आती है तो वो इजीली सॉल्व कर लेंगे। इतनी अच्छी ट्रेनिंग जो है इन्होंने अपना ऑर्गेनाइज़ किया और ये डेज़ आई थिंक कि 5 डेज़ कैंप लगा है और हमारा ये देखो स्ट्रेंथ कितनी फुल स्ट्रेंथ लिया गर्ल्स की, आई थिंक कि बहुत ज़्यादा गर्ल्स ने, और इन्होंने बहुत अच्छा युवा केंद्र हैं जो ये इन्होंने उसके साथ ही सब यंग वंस जुड़े हुए हैं इनके साथ, और इन्होंने जो है बच्चों को ट्रेनिंग के साथ साथ रिफ्रेशमेंट का भी जो दिया गया है, जो बच्चे टायर्ड होने के बाद उनको रिकवरी हो जाती है। ਚੰਡੀਗੜ੍ਹ ਨੂੰ ਸਿਟੀ ਬਿਊਟੀਫੁਲ ਕਿਹਾ ਜਾਂਦਾ ਹੈ ਤੇ ਨਾਲੋਂ ਨਾਲ ਹੁਣ ਵਾਅਦੇ ਵੀ ਕੀਤੇ ਜਾ ਰਹੇ ਨੇ, ਦਾਅਵੇ ਵੀ ਕੀਤੇ ਜਾ ਰਹੇ ਨੇ ਕਿ ਫਿਰ ਤੋਂ ਇਹ ਜੋ ਸਾਫ਼ ਸਫਾਈ ਦੇ ਮਾਮਲੇ ਦੇ ਵਿੱਚ ਚੰਡੀਗੜ੍ਹ ਹੇਠਾਂ ਆ ਗਿਆ ਸੀ ਉਸ ਨੂੰ ਉੱਪਰ ਚੁੱਕਣਾ ਹੈਗਾ। ਵੱਖ-ਵੱਖ ਥਾਵਾਂ ਤੇ ਇਸ ਦੇ ਲਈ ਕੰਮ ਵੀ ਕੀਤੇ ਜਾ ਰਹੇ ਨੇ, ਪਰ ਇੱਕ ਇਲਾਕਾ ਅਜਿਹਾ ਵੀ ਹੈਗਾ ਹੈ ਜਿਸ ਨੂੰ ਦੇਖਿਆ ਹੀ ਨਹੀਂ ਜਾ ਰਿਹਾ, ਉਹ ਹੈ ਡੰਪਿੰਗ ਗਰਾਊਂਡ। ਚੰਡੀਗੜ੍ਹ ਦੇ ਡੰਪਿੰਗ ਗਰਾਊਂਡ ਦੇ ਕੋਲ ਰਹਿਣ ਵਾਲੇ ਲੋਕਾਂ ਦੀ ਜੋ ਇਸ ਵੇਲੇ ਹਾਲਤ ਹੈ ਉਹ ਕਾਫੀ ਤਰਸਯੋਗ ਹੈ। ਉੱਥੇ ਵੱਖ-ਵੱਖ ਬਿਮਾਰੀਆਂ ਲੋਕਾਂ ਦੇ ਵਿੱਚ ਫੈਲ ਰਹੀਆਂ ਨੇ। ਚੰਡੀਗੜ੍ਹ ਨਗਰ ਨਿਗਮ ਅਤੇ ਪ੍ਰਸ਼ਾਸਨ ਸਫਾਈ ਸਰਵੇਖਣ ਦੀ ਦੌੜ ਵਿੱਚ ਹੋਮ ਕੰਪੋਸਟਿੰਗ ਵਰਗੇ ਐਕਸਪੈਰੀਮੈਂਟ ਵਿੱਚ ਲੱਗੇ ਹੋਏ ਹਨ। ਉੱਥੇ ਹੀ ਸ਼ਹਿਰ ਦਾ ਇੱਕ ਕੋਨਾ ਅਜਿਹਾ ਵੀ ਹੈ ਜਿੱਥੇ ਲੋਕਾਂ ਨੂੰ ਕੈਂਸਰ, ਦਮਾ, ਟੀਬੀ ਅਤੇ ਸਕਿਨ ਦੀਆਂ ਬਿਮਾਰੀਆਂ ਨਾਲ ਮਰਨ ਲਈ ਛੱਡਿਆ ਹੋਇਆ ਹੈ। ਉੱਥੇ ਹੀ ਅੱਖਾਂ ਨਾਲ ਜੁੜੇ ਰੋਗ ਵੀ ਹੋ ਰਹੇ ਹਨ। ਸ਼ਹਿਰ ਦਾ ਕੂੜਾ ਨਗਰ ਨਿਗਮ ਤੋਂ ਸੰਭਾਲਿਆ ਨਹੀਂ ਜਾ ਰਿਹਾ ਅਤੇ ਕੂੜੇ ਦਾ ਪਹਾੜ ਡੱਡੂ ਮਾਜਰੇ ਦੇ ਲੋਕਾਂ ਦੀ ਜਾਨ ਲੈ ਰਿਹਾ ਹੈ। ਉੱਥੇ ਹੀ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਗੁੱਸਾ ਪ੍ਰਬੰਧਕੀ ਅਤੇ ਨਿਗਮ ਦੇ ਅਫਸਰਾਂ ਸਮੇਤ ਸ਼ਹਿਰ ਦੀ ਸਾਂਸਦ ਕਿਰਨ ਖੇਰ ਉੱਤੇ ਫੁੱਟ ਪਿਆ, ਕਿਉਂਕਿ ਲੋਕਾਂ ਨੂੰ ਡੰਪਿੰਗ ਗਰਾਊਂਡ ਦੀ ਗੰਦਗੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਹਾਲੇ ਤੱਕ ਕੋਈ ਸਾਰਥਕ ਕੰਮ ਨਿਗਮ ਨੇ ਸ਼ੁਰੂ ਨਹੀਂ ਕੀਤਾ ਹੈ। ਇੱਥੇ ਦੇ ਵਾਸੀਆਂ ਦਾ ਕਹਿਣਾ ਹੈ ਕਿ ਡੱਡੂ ਮਾਜਰਾ ਵਿੱਚ ਹਰ ਘਰ ਵਿੱਚ ਕੋਈ ਨਾ ਕੋਈ ਇਸ ਡੰਪਿੰਗ ਗਰਾਊਂਡ ਤੋਂ ਬਿਮਾਰ ਹੈ। ਉੱਥੇ ਡਿਸਪੈਂਸਰੀ ਨੂੰ ਅਪਗ੍ਰੇਡ ਕਰ ਮਿਨੀ ਹਸਪਤਾਲ ਬਣਾਇਆ ਜਾਣਾ ਚਾਹੀਦਾ ਹੈ। ਹਾਲਾਂਕਿ ਇੱਥੇ ਡਾਕਟਰ ਵੀ ਸਮੇਂ ਦੇ ਹਿਸਾਬ ਨਾਲ ਬੈਠਦੇ ਹਨ ਅਤੇ ਦਵਾਈਆਂ ਵੀ ਨਹੀਂ ਮਿਲਦੀਆਂ। ਸਾਨੂੰ ਜੀ ਬਹੁਤ ਦਿੱਕਤਾਂ ਆ ਰਹੀਆਂ ਆ, ਇਹ ਕੂੜੇ ਦਾ ਬਹੁਤ ਮੁਸ਼ਕ ਆਉਂਦਾ ਆ। ਸਾਨੂੰ ਰੋਟੀ ਖਾ ਨਹੀਂ ਹੁੰਦੀ, ਸੰਗ ਕੋੜੇ ਹੋ ਜਾਂਦੇ ਦੀ ਹਵਾ ਆ ਕੇ ਸਾਡਾ ਬੁਰਾ ਹਾਲ ਹੋ ਜਾਂਦਾ ਆ। ਮੀਂਹ ਪੈਂਦਾ ਤਾਂ ਪਾਣੀ ਬਾਹਰ ਕੰਧਾਂ ਚੋਂ ਨਿਕਲ ਆਉਂਦਾ, ਏਡੇ ਢੇਰ ਛੱਪੜ ਬਣ ਜਾਂਦੇ ਆ ਇੱਥੇ। ਸਾਡੇ ਲੋਕੀ ਸਾਰੀ ਲੈਣ ਦੇ ਇੰਨੇ ਬਿਮਾਰ ਹੋ ਗਏ, 4 ਡੈਥ ਹੋ ਗਈਆਂ ਇਹਦੇ ਬਿਮਾਰੀ ਨਾਲ, ਕੈਂਸਰ ਹੋ ਗਏ ਇਹਨਾਂ ਦੇ ਨਾਲ ਸਾਹ ਲੈ ਕੇ। ਤੇ ਸਾਡੇ ਮਤਲਬ ਬੱਚਿਆਂ ਦਾ ਬੁਰਾ ਹਾਲ ਆ, ਰੋਟੀਆਂ ਨਹੀਂ ਖਾਂਦੇ, ਮੁਸ਼ਕ ਆਉਂਦਾ, ਦਿਮਾਗ ਨੂੰ ਚੜ੍ਹਦੇ ਆ। ਇਹ ਕਹਿੰਦੇ ਸਾਨੂੰ ਵੋਟਾਂ ਪਾਵੋ, ਅਸੀਂ ਤੁਹਾਡਾ ਆਹ ਕਰਾਂਗੇ, ਅਸੀਂ ਆਹ ਕਰਾਂਗੇ, ਕੁਛ ਨਹੀਂ ਕਰਦੇ। ਹੁਣ ਵੀ ਵੋਟਾਂ ਪਾ ਕੇ ਲੈ ਗਏ, ਸਭ ਨੂੰ ਜਿਤਾਇਆ, ਹੁਣ ਦੇਖਿਓ ਕੀ ਕਰਦੇ ਆ, ਕੁਛ ਨਹੀਂ ਕਰਦੇ। ਦੇਖੋ ਜੀ, ਕੂੜੇ ਦੇ ਢੇਰ ਨਾਲ ਸਾਰੀਆਂ ਦਿੱਕਤਾਂ ਹੀ ਹੈ ਜੀ। ਬੰਦੇ ਦਾ ਸਵਾਸਥ ਖਰਾਬ ਹੋ ਜਾਂਦਾ, ਕਿਉਂ ਇਸ ਤੇ ਕੂੜੇ ਦੇ ਢੇਰ ਦੇ ਨਾਲ ਜਿਹੜੀ ਹਵਾ ਹੈ, ਇਹ ਸਾਰਾ ਗੰਦੀ ਹਵਾ ਸਾਨੂੰ ਆਉਂਦੀ, ਸਿਰ ਫੇਫੜਿਆਂ 'ਚ ਆਉਂਦੀ ਹੈ। ਮੈਨੂੰ ਟੀਵੀ ਦੀ ਸ਼ਿਕਾਇਤ ਹੋ ਗਈ, ਮੈਂ ਇਲਾਜ ਕਰਾਇਆ ਬਾਈਸੈਕਟ ਡਿਸਪੈਂਸਰੀ ਤੋਂ। ਅੱਗੇ ਦਵਾਈਆਂ ਗਰਮ ਖਾਈਆਂ, ਉਹਦੇ ਨਾਲ ਹੋਰ ਪ੍ਰੋਬਲਮਾਂ ਵੱਧ ਗਈਆਂ। ਇਸ ਤਰ੍ਹਾਂ ਹੀ ਸਾਡੀ ਮਦਰ ਸੀ, ਉਹ ਵਿਚਾਰੇ ਧੂਆਂ, ਇੱਥੇ ਅੱਗ ਲੱਗੀ, ਧੂਏ ਦੇ ਨਾਲ ਡੈਥ ਹੋ ਗਈ। ਤੋ ਹੋਰ ਵੀ ਸਾਡੇ ਮਹੱਲੇ ਦੇ ਵਿੱਚ ਬੰਦੇ ਬਿਮਾਰ ਆ। ਅਸੀਂ ਗਰੀਬ ਬੰਦੇ ਆ, ਮਕਾਨ ਤਾਂ ਅਸੀਂ ਬਦਲ ਨਹੀਂ ਸਕਦੇ, ਕੋਈ ਰਹਿਣਾ ਸਾਡੀ ਮਜਬੂਰੀ ਹੈ। ਤੇ ਗੌਰਮੈਂਟ ਇਸ ਵੱਲ ਕੋਈ ਕਿਸੇ ਗੱਲ ਦਾ ਧਿਆਨ ਨਹੀਂ ਕਰਦੀ। ਪ੍ਰੋਬਲਮ ਹੈ ਆਦਮ ਦੀ ਗਰਾਊਂਡ ਕਹਿੰਦੇ ਠੀਕ ਕਰਾਂਗੇ, ਇਹ ਪੱਕਾ ਕਰਾਂਗੇ, ਕੋਈ ਕੁਛ ਵੀ ਨਹੀਂ ਕੀਤਾ ਇਹਨਾਂ ਨੇ। ਵੋਟਾਂ ਲੈ ਰਹੀਆਂ, ਕੰਮ ਖਤਮ। ਤੁਹਾਨੂੰ ਕੀ ਕੋਈ ਦਿੱਕਤ ਹੈ? ਬਹੁਤ ਦਿੱਕਤ ਹੈ ਯਾਰ, ਸਾਹ ਸੂਹ ਦੀ ਦਿੱਕਤ ਹੋ ਜਾਂਦੀ ਹੈ ਕੂੜੇ ਦੀ ਵਜ੍ਹਾ ਨਾਲ। ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਕਿਰਨ ਖੇਰ 2013 ਵਿੱਚ ਸੰਸਦ ਬਣਨ ਤੋਂ ਪਹਿਲਾਂ ਡੱਡੂ ਮਾਜਰਾ ਦੇ ਮੰਦਰ ਆਈ ਸੀ ਅਤੇ ਵਾਅਦਾ ਕੀਤਾ ਸੀ ਕਿ ਸੰਸਦ ਬਣਨ ਤੋਂ ਬਾਅਦ ਡੰਪ ਨੂੰ ਇੱਥੋਂ ਸ਼ਿਫਟ ਕਰਵਾ ਦੇਵੇਗੀ। ਇਸ ਗੱਲ ਨੂੰ 9 ਸਾਲ ਹੋ ਗਏ ਅਤੇ ਸੰਸਦ ਗਾਇਬ ਹਨ। ਇੱਥੇ ਕਾਂਗਰਸੀ ਆਗੂ ਹਰਦੀਪ ਸੁਰਜੇਵਾਲਾ ਵੀ ਐਮਸੀ ਚੋਣਾਂ ਤੋਂ ਪਹਿਲਾਂ ਪੁੱਜੇ ਸਨ ਅਤੇ ਭਾਜਪਾ ਨੂੰ ਕੋਸਿਆ ਸੀ। ਲੋਕਾਂ ਨੇ ਦੱਸਿਆ ਕਿ ਇੱਥੇ ਮੁੰਡੇ ਦੇ ਵਿਆਹ ਲਈ ਕੋਈ ਪਿਓ ਆਪਣੀ ਧੀ ਦੇਣ ਨੂੰ ਵੀ ਤਿਆਰ ਨਹੀਂ ਹੁੰਦਾ। ਕੁੜੀ ਵਾਲੇ ਵਿਆਹ ਲਈ ਇਹ ਕਹਿ ਮਨਾ ਕਰ ਰਹੇ ਹਨ ਕਿ ਇੱਥੇ ਗੰਦਗੀ ਵਿੱਚ ਉਹਨਾਂ ਦੀ ਕੁੜੀ ਬਿਮਾਰ ਹੋ ਜਾਏਗੀ। ਇੰਨਾ ਹੀ ਨਹੀਂ, ਇੱਥੇ ਦੇ ਨੌਜਵਾਨ ਜਦੋਂ ਨੌਕਰੀ ਲਈ ਕੰਪਨੀ ਜਾਂ ਦਫ਼ਤਰਾਂ ਵਿੱਚ ਜਾਂਦੇ ਹਨ ਤਾਂ ਉਹਨਾਂ ਨੂੰ ਇਹ ਕਹਿ ਮਨਾ ਕਰ ਦਿੱਤਾ ਜਾਂਦਾ ਹੈ ਕਿ ਉਹ ਰੋਗ ਫੈਲਾ ਸਕਦੇ ਹਨ। ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ।
ਰੁਕ ਮੌਸਮ ਦਾ ਕਰ ਲੈਣੇ ਤਾਂ ਲਗਾਤਾਰ ਮੀਂਹ ਤੋਂ ਬਾਅਦ ਹੁਣ ਲੋਕਾਂ ਨੂੰ ਠੰਡ ਤੋਂ ਥੋੜੀ ਰਾਹਤ ਮਿਲ ਰਹੀ ਹੈ। ਹੁਣ ਧੁੱਪ ਨਾਲ ਮੌਸਮ ਹੈ ਜੋ ਉਹ ਨਿਖਰ ਰਿਹਾ ਹੈ, ਪਰ ਮੌਸਮ ਵਿਭਾਗ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਤੇਜ਼ ਮੀਂਹ ਪਵੇਗਾ। ਜੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਵੱਧ ਤੋਂ ਵੱਧ ਤਾਪਮਾਨ 21.7 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 8.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤਾਂ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ, ਫਿਰ ਹੋਵੇਗੀ ਮੁਲਾਕਾਤ। ਸਤਿ ਸ਼੍ਰੀ ਅਕਾਲ।